हाँ जी, सत श्री अकाल जी सारिਆਂ ਨੂੰ। ਪੰਜਾਬੀ ਭਾਸ਼ਾ ਦੀ ਜਮਾਤ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਆਪਾਂ ਵਿਆਕਰਣ ਦੇ ਪਹਿਲੇ ਅੰਗ ਵਰਣਬੋਧ ਬਾਰੇ ਚਰਚਾ ਕਰ ਰਹੇ ਸੀ। ਉਹਦੇ ਵਿੱਚ ਆਪਾਂ ਕੀ ਪੜ੍ਹਿਆ ਹੈ ਜੀ? ਅੱਖਰ ਜਾਂ ਵਰਨ, ਉਸ ਤੋਂ ਬਾਅਦ ਅੱਖਰਾਂ ਦਾ ਉਚਾਰਨ, ਉਸ ਦੇ ਵਿੱਚ ਹੀ ਆਪਾਂ ਵਰਣਮਾਲਾ ਬਾਰੇ ਵਿਚਾਰ ਕੀਤੀ ਹੈ। ਫਿਰ ਆਪਾਂ ਲਗਾਖਰ ਤੇ ਲਗਾ ਮਾਤਰਾ ਪਹਿਲਾਂ ਅਤੇ ਬਾਅਦ ਵਿੱਚ ਆਪਾਂ ਲਗਾਖਰ ਪੜ੍ਹੇ ਹਨ। ਸੋ ਕੀ ਹੈ, ਵਰਣਬੋਧ ਦੇ ਵਿੱਚ ਇੱਕ ਹੋਰ ਚੀਜ਼ ਹੈ, ਉਹ ਹੈ ਜੀ ਪੰਜਾਬੀ ਸ਼ਬਦ ਜੋੜ। ਇਹਨਾਂ ਦੇ ਵਿੱਚੋਂ ਅਕਸਰ ਹੀ ਪ੍ਰਸ਼ਨ ਪੁੱਛ ਲਿਆ ਜਾਂਦਾ ਹੈ। ਇਹ ਜੋ ਤੁਹਾਡੇ ਸਾਹਮਣੇ ਮੈਂ ਲਿਸਟ ਬਣਾਈ ਹੈ, ਇਹ ਮੇਨ ਲਿਸਟ ਹੈ। ਹਾਲਾਂਕਿ ਪੰਜਾਬੀ ਸ਼ਬਦ ਜੋੜ ਦੇ ਜੋ ਨਿਯਮ ਹਨ ਉਹਨਾਂ ਨੂੰ ਆਪਾਂ ਮਤਲਬ ਕੀ ਹੈ ਕਿ ਉਹ ਇੱਕ ਤਰ੍ਹਾਂ ਦਾ, ਕਿਉਂਕਿ ਸ਼ਬਦਕੋਸ਼ ਹੀ ਹੋ ਗਿਆ ਇੱਕ ਤਰ੍ਹਾਂ ਦਾ। ਸੋ ਹਰ ਸ਼ਬਦ ਜਿਹੜਾ ਉਹ ਕੋਈ ਵੀ ਸ਼ਬਦ ਹੈ ਉਹਦੇ ਨਾਲ ਉਹਦਾ ਆਪਣਾ ਇੱਕ ਨਿਯਮ, ਇੱਕ ਰੂਲ ਕੰਮ ਕਰਦਾ ਹੈ। ਇਸ ਕਰਕੇ ਕੀ ਹੈ, ਬਹੁਤ ਹੀ ਗਿਣਤੀ ਦੇ ਮਤਲਬ ਕੀ ਹੈ, ਬਸ ਇਹਦੇ ਵਿੱਚ ਕੁਝ ਗਿਣਤੀ ਦੇ ਹਨ ਜਿਨ੍ਹਾਂ ਦੇ ਵਿੱਚੋਂ ਪ੍ਰਸ਼ਨ ਪੁੱਛਿਆ ਜਾਂਦਾ ਹੈ, ਸਿੱਧਾ ਪ੍ਰਸ਼ਨ ਪੁੱਛ ਲਿਆ ਜਾਂਦਾ ਹੈ। ਪਿਛਲੇ ਪੇਪਰ ਤੁਸੀਂ ਉਠਾ ਕੇ ਦੇਖ ਲਿਓ, ਉਹਨਾਂ ਦੇ ਵਿੱਚ ਪੰਜਾਬੀ ਸ਼ਬਦ ਜੋੜ ਸੰਬੰਧੀ ਇਹਨਾਂ ਦੇ ਵਿੱਚੋਂ ਸਹੀ ਸ਼ਬਦ ਕਿਹੜਾ ਹੈ, ਇਹ ਜਿਹੜਾ ਪ੍ਰਸ਼ਨ ਆਉਂਦਾ ਹੈ ਉਹ ਪੰਜਾਬੀ ਸ਼ਬਦ ਜੋੜ ਦੇ ਨਾਲ ਸੰਬੰਧਿਤ ਹੁੰਦਾ ਹੈ। ਸੋ ਪੰਜਾਬੀ ਭਾਸ਼ਾ ਦਾ ਇੱਕ ਸਿੱਧਾ ਸਰਲ ਜਿਹਾ ਰੂਲ ਹੈ ਜੀ, ਉਹ ਕਿਹੜਾ ਹੈਗਾ ਕਿ ਪੰਜਾਬੀ ਭਾਸ਼ਾ ਨੂੰ ਜਿਵੇਂ ਬੋਲੋ ਤਿਵੇਂ ਲਿਖੋ। ਇਹ ਹੈ ਜੀ ਇੱਕ ਰੂਲ। ਪਰ ਇਹਦੇ ਵਿੱਚ ਇਹ ਕੀ ਹੈ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬੋਲੀ ਜਾਂਦੇ ਹਾਂ ਉਹ ਅਸੀਂ ਲਿਖਦੇ ਜਾਵਾਂਗੇ ਅਤੇ ਸਹੀ ਹੋਊਗਾ। ਨਹੀਂ, ਲਿਖਣ ਦੇ ਵਾਸਤੇ ਅਗਰ ਆਪਾਂ ਸ਼ੁੱਧ ਲਿਖਣਾ ਚਾਹੁੰਦੇ ਹਾਂ, ਉਹਦੇ ਵਾਸਤੇ ਸਾਡਾ ਉਚਾਰਨ ਜਿਹੜਾ ਉਹ ਸ਼ੁੱਧ ਹੋਣਾ ਚਾਹੀਦਾ ਹੈ। ਸ਼ੁੱਧ ਉਚਾਰਨ ਵਾਸਤੇ ਸਾਨੂੰ ਥੋੜ੍ਹੇ ਜਿਹੇ ਬਸ ਇੱਕ ਸ਼ਬਦ ਜੋੜ ਦੇ ਨਿਯਮ, ਉਸ ਤੋਂ ਪਹਿਲਾਂ ਜਿਵੇਂ ਆਪਾਂ ਸ਼ੁੱਧ ਉਚਾਰਨ ਵਰਣਮਾਲਾ ਆਪਾਂ ਸ਼ੁੱਧ ਉਚਾਰਨ ਦੇ ਨਾਲ ਆਪਾਂ ਪੜ੍ਹੀ ਹੈ। ਉਸ ਤੋਂ ਬਾਅਦ ਕੀ ਹੈ, ਜਿਹਨੂੰ ਵਰਣਮਾਲਾ ਪੜ੍ਹਨੀ ਆ ਗਈ ਅਤੇ ਉਦੋਂ ਬਾਅਦ 'ਚ ਉਹਦੇ ਅੱਗੇ ਆ ਕੁਛ ਨਹੀਂ ਗੇ। ਬਸ ਵਰਣਮਾਲਾ ਜਿਹੜੀ ਉਹ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਆਪਾਂ ਵਰਣਮਾਲਾ ਦਾ ਉਚਾਰਨ ਕਿਵੇਂ ਕਰਨਾ ਹੈ, ਉਹਦੇ ਬਾਰੇ ਦੱਸਿਆ ਸੀ। ਹੁਣ ਇੱਥੇ ਕੀ ਹੈ, ਬਸ ਗਿਣਤੀ ਦੇ ਹੈ। ਹੁਣ ਬੋਲਦੇ ਅਸੀਂ ਕਿਵੇਂ ਆ ਅਤੇ ਲਿਖਣਾ ਕਿਵੇਂ ਆ, ਇਹਨਾਂ ਨੂੰ ਇਹਦੇ 'ਤੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜਿਵੇਂ ਕਿ ਜਦੋਂ ਆਪਾਂ ਨਾ ਇੱਕ ਮਾਤਰਾ ਹੈ ਜਿਹੜੀ ਸਾਡੀ ਲਾਂ ਵਾਲੀ ਮਾਤਰਾ ਹੈ, ਜਿਹੜੀ ਈੜੀ ਨੂੰ ਲੱਗਦੀ ਹੈ, ਲਾਂ। ਹੁਣ ਇਹ ਬੋਲਣ ਦੇ ਵਿੱਚ ਇਹ ਆਵੇਗੀ ਅੱਖਰਾਂ ਦੇ ਵਿੱਚ, ਇਹਨਾਂ ਅੱਖਰਾਂ 'ਚ, ਅਤੇ ਪਰ ਲਿਖਣ ਦੇ ਵਿੱਚ ਕਿਹੜੀ ਆਵੇਗੀ? ਸਿਹਾਰੀ। ਈੜੀ ਨੂੰ ਛੋਟੀ ਈ ਦੀ ਮਾਤਰਾ ਆਵੇਗੀ ਲਿਖਣ 'ਚ। ਦੇਖੋ ਕਿਵੇਂ ਬੋਲਣ ਦੇ ਵਿੱਚ ਆਹ ਹੋਵੇਗੀ ਅਤੇ ਲਿਖਣ ਦੇ ਵਿੱਚ ਆਹ ਹੋਵੇਗੀ। ਆਹ ਦੇਖ ਲਓ ਤੁਸੀਂ। ਹੁਣ ਆਪਾਂ ਬੋਲਦੇ ਤਾਂ ਕੀ ਹੈ, ਇਹਨਾਂ, ਸਿਹਰਾ, ਸਿਹਤ, ਕਿਹੜਾ, ਜਿਹਾ, ਜਿਹੜਾ, ਮਿਹਨਤ, ਮਿਹਰ। ਸੋ ਇੱਥੇ ਤੁਹਾਨੂੰ ਲੱਗਦਾ ਹੈ, ਮੈਂ ਜਿਵੇਂ ਬੋਲਿਆ ਤੁਹਾਨੂੰ ਲੱਗਿਆ ਕਿ ਮਾਤਰਾ ਆਹ ਬੋਲੀ ਜਾ ਰਹੀ ਹੈ। ਉਦਾਹਰਣ ਵਾਸਤੇ ਇਹਨਾਂ ਸ਼ਬਦ ਹੈ ਜਿਹੜਾ ਉਹ ਜਮਾਂ ਸਹੀ ਹੈ, ਪਰ ਮੈਂ ਕੀ ਬੋਲਿਆ ਸੀਗਾ, ਬੋਲਣ ਦੇ ਵਿੱਚ ਕੀ ਸੀ, ਇਹ ਇਸ ਤਰ੍ਹਾਂ ਬੋਲਿਆ ਜੀ ਮੈਂ, ਇਹਨਾਂ। ਉਸ ਤੋਂ ਬਾਅਦ ਜਿਵੇਂ ਸਿਹਰਾ ਲਿਖਿਆ ਹੈ, ਉਹ ਆਪਾਂ ਨੂੰ ਐਵੇਂ ਲੱਗਦਾ ਕਿ ਆਹ ਸਹੀ ਹੋਵੇਗਾ, ਸਿਹਰਾ ਸ਼ਬਦ। ਫਿਰ ਉਸ ਤੋਂ ਬਾਅਦ ਸਿਹਤ ਵੀ ਇਸੇ ਤਰ੍ਹਾਂ ਹੀ ਹੈ, ਸਿਹਤ। ਸੋ ਇਹ ਸ਼ਬਦ ਹੈ ਜਿਹੜੇ ਆਪਾਂ ਨੂੰ ਬੋਲਣ ਦੇ ਵਿੱਚ ਲੱਗਦੇ ਆ ਕਿ ਇਸ ਤਰ੍ਹਾਂ ਦੇ, ਇਹ ਗਿਣੇ ਚੁਣੇ ਸ਼ਬਦ ਨੇ। ਬਸ ਇਹਨਾਂ ਗਿਣੇ ਚੁਣੇ ਸ਼ਬਦਾਂ ਦੇ ਵਿੱਚੋਂ ਹੀ ਇੱਕ ਪ੍ਰਸ਼ਨ ਪੁੱਛ ਲਿਆ ਜਾਂਦਾ ਹੈ। ਇਹਨਾਂ ਦੇ ਵਿੱਚੋਂ ਹੀ ਅਗਰ ਐਗਜ਼ਾਮ ਦੇ ਵਿੱਚ ਕੋਈ ਪ੍ਰਸ਼ਨ ਹੋਵੇਗਾ ਤੁਹਾਡੇ ਸਾਹਮਣੇ, ਤੇ ਆਹ ਸ਼ਬਦ ਲਿਖੇ ਆ ਜਿਹੜੇ, ਇਹਨਾਂ ਦੇ ਵਿੱਚੋਂ ਹੀ ਹੋਵੇਗਾ। ਸੋ ਇਹਨਾਂ ਨੂੰ ਦੇਖ ਲਓ ਕਿਵੇਂ ਲਿਖਣਾ। ਇਹਨਾਂ, ਸਿਹਰਾ, ਸਿਹਤ, ਕਿਹੜਾ, ਜਿਹਾ, ਜਿਹੜਾ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਜਿਹੜੀ ਆਪਾਂ ਈੜੀ ਸਿਹਾਰੀ ਦੀ ਮਾਤਰਾ ਹੈ ਨਾ, ਈੜੀ ਸਿਹਾਰੀ ਇਹ ਬੋਲਦੇ ਹਾਂ, ਈੜੀ ਸਿਹਾਰੀ ਇਹ। ਅਤੇ ਜਦੋਂ ਆਪਾਂ ਲਾਂ ਦੀ ਮਾਤਰਾ ਬੋਲਦੇ ਹਾਂ ਤਾਂ ਆਪਾਂ ਬੋਲਦੇ ਹਾਂ ਈੜੀ ਲਾਂ ਏ। ਸੋ ਇੱਥੇ ਕੀ ਹੈ ਕਿ ਜਿਹੜੀ ਇਹ ਬੋਲਣ ਦੇ ਵਿੱਚ ਜਿਹੜੀ ਸਿਹਾਰੀ ਦੀ ਮਾਤਰਾ ਬਹੁਤ ਥੋੜ੍ਹੀ ਹੈ। ਇਸ ਕਰਕੇ ਬੋਲਣ ਦੇ ਵਿੱਚ ਇਹਨੂੰ ਲੰਮਾ ਨਹੀਂ ਖਿੱਚਣਾ, ਇਹਨੂੰ ਐਵੇਂ ਨਹੀਂ ਕਰਨਾ। ਇਹਨਾਂ, ਸਿਹਰਾ, ਸਿਹਤ, ਇਹ ਸਾਡੇ ਹੈਗੇ ਆ ਥੋੜ੍ਹੇ ਜਿਹੇ, ਮਤਲਬ ਕੀ ਹੈ ਕਿ ਇਹ ਬੋਲਣ ਦੇ ਵਿੱਚ ਸ਼ਬਦ ਜਾਇਜ਼ ਨੇ, ਕੋਈ ਦਿੱਕਤ ਨਹੀਂ ਹੈ। ਪਰ ਜਦੋਂ ਆਪਾਂ ਹੁਣ ਲਿਖਤੀ ਰੂਪ ਹੋ ਗਿਆ ਇਹਨਾਂ ਦਾ, ਹੁਣ ਇਹ ਸਾਰਾ ਜਿਹੜਾ ਆ ਲਿਖੇ ਨੇ ਇੱਥੋਂ ਤੱਕ, ਇਹ ਲਿਖਤੀ ਰੂਪ ਦੇ ਵਿੱਚ ਸਹੀ ਨੇ, ਇਹ ਸ਼ੁੱਧ ਨੇ ਜਮਾਂ ਸ਼ਬਦ ਜੋੜ ਦੇ ਅਕੋਰਡਿੰਗ। ਸੋ ਬੋਲਣ ਦਾ ਤਰੀਕਾ ਵੇਖੋ, ਇਹਨਾਂ, ਸਿਹਰਾ, ਸਿਹਤ, ਕਿਹੜਾ, ਜਿਹਾ, ਜਿਹੜਾ, ਮਿਹਨਤ, ਮਿਹਰ। ਕਿਉਂਕਿ ਕੀ ਹੈ, ਈੜੀ ਸਿਹਾਰੀ ਇਹ ਛੋਟੀ ਈ ਦੀ ਮਾਤਰਾ ਜਿਹਨੂੰ ਕਹਿੰਦੇ ਆ। ਸੋ ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਜਿਹੜਾ ਅਗਲਾ ਸਾਡਾ ਹੈ, ਹੁਣ ਸਾਡਾ ਅਗਲਾ ਸ਼ਬਦ ਜੋੜ ਦਾ ਨਿਯਮ ਜਿਹੜਾ ਹੈ, ਉਹਨਾਂ ਦੇ ਵਿੱਚ ਤੁਸੀਂ ਦੇਖਿਓ
ਜਿਹੜੀ ਸਾਡੀ ਦੁਲਾ ਦੀ ਮਾਤਰਾ ਹੈ, ਜਿਹੜੀ ਸਾਡੀ ਦੁਲਾ ਦੀ ਮਾਤਰਾ ਲਾਉਂਦੇ ਹਾਂ ਆਪਾਂ, ਐੜੇ ਦੁਲਾਵਾ ਐ ਬੋਲਦੇ ਹਾਂ, ਐੜੇ ਦੁਲਾਵਾ ਐ। ਤੇ ਹੁਣ ਦੇਖਿਓ ਕੀ ਹੈ ਕਿ ਜਦੋਂ ਆਪਾਂ ਨੂੰ ਲੱਗੇ ਕਿ ਕੋਈ ਸ਼ਬਦ ਐੜੇ ਦੁਲਾਵਾ ਐ ਦੀ ਮਾਤਰਾ ਬੋਲ ਰਿਹਾ ਹੈ, ਜਿਵੇਂ ਉੱਪਰਲਾ ਈੜੀ ਲਾ ਏ ਦੀ ਮਾਤਰਾ ਬੋਲ ਰਿਹਾ ਸੀ, ਪਰ ਲਿਖਣ ਦੇ ਵਿੱਚ ਕੀ ਆਇਆ, ਸਿਹਾਰੀ। ਇੱਥੇ ਵੀ ਦੇਖੋ ਸਿਹਾਰੀ, ਸਿਹਾਰੀ ਛੋਟੀ ਈ ਦੀ ਮਾਤਰਾ। ਉਸੇ ਤਰ੍ਹਾਂ ਹੀ ਜਦੋਂ ਸਾਨੂੰ ਲੱਗੇ ਕਿ ਐੜੇ ਦਲਾਂ ਬੋਲਿਆ ਜਾ ਰਿਹਾ ਹੈ ਸਾਡੇ ਮੂੰਹੋਂ, ਦੇਖੋ ਕਿਵੇਂ, ਸ਼ਹਿਰ, ਨਹਿਰ, ਕਹਿਰ, ਕਹਿਣਾ, ਖਹਿਣਾ, ਦੁਪਹਿਰ, ਬਹਿਰ, ਵਹਿਣਾ, ਰਹਿਣਾ। ਸੋ ਮੈਂ ਇੱਥੇ ਕਿਵੇਂ ਬੋਲ ਰਿਹਾ, ਅਗਰ ਮੈਂ ਜਿਵੇਂ ਬੋਲਾਂ ਤਿਵੇਂ ਲਿਖਾਂ ਤਾਂ ਦੇਖੋ ਕਿਵੇਂ ਹੋਊਗਾ, ਕਿਉਂਕਿ ਇਹ ਸਾਡੀ ਬੋਲਚਾਲ ਦੀ ਬੋਲੀ ਦੇ ਵਿੱਚ ਐਵੇਂ ਦੇ ਸ਼ਬਦ। ਤਾਂ ਮੈਂ ਕੀ ਬੋਲਿਆ ਹੈ, ਮੈਂ ਤਾਂ ਆਹ ਬੋਲੀ ਜਾਂਦਾ ਸੀਗਾ, ਸ਼ਹਿਰ ਆਹ ਹੈ ਬੋਲਣ ਦੇ ਵਿੱਚ। ਫਿਰ ਮੈਂ ਬੋਲੀ ਜਾਂਦਾ ਸੀ ਨਹਿਰ, ਇਸ ਤਰ੍ਹਾਂ। ਉਸ ਤੋਂ ਬਾਅਦ ਮੈਂ ਬੋਲਿਆ ਕਹਿਰ, ਇਸ ਤਰ੍ਹਾਂ ਬੋਲਿਆ ਮੈਂ ਇਹਨੂੰ ਕਹਿਰ। ਤਾਂ ਸਾਨੂੰ ਐਵੇਂ ਨਾ ਇਹ ਕੀ ਹੈ, ਇਹ ਸਾਡੇ ਬੋਲਣ 'ਚ ਜਾਇਜ਼ ਨੇ, ਪਰ ਇਹ ਲਿਖਣ ਦੇ ਵਿੱਚ ਗਲਤ ਨੇ ਇਹ। ਹੁਣ ਦੇਖੋ ਜਿਵੇਂ ਬੋਲੋ ਤਿਵੇਂ ਲਿਖੋ ਵਾਲਾ ਸਿਧਾਂਤ ਕਿਵੇਂ ਕੰਮ ਕਰਦਾ ਹੈ ਸਾਡਾ। ਹੁਣ ਬੋਲਣ ਦੇ ਵਿੱਚ ਹੁਣ ਇਹਨਾਂ ਨੂੰ ਇਹ ਸ਼ੁੱਧ ਰੂਪ ਨੇ, ਇਹ ਲਿਖੇ ਨੇ ਤੁਹਾਡੇ ਸਾਹਮਣੇ ਨੇ ਜਿਹੜੇ। ਇਹਨਾਂ ਨੂੰ ਬੋਲਣ ਦਾ ਤਰੀਕਾ ਹੈ ਸ਼ਹਿਰ, ਨਹਿਰ, ਕਹਿਰ, ਕਹਿਣਾ, ਖਹਿਣਾ, ਦੁਪਹਿਰ, ਬਹਿਰ। ਹਾਏ ਸਿਆਰੀ ਹੈ, ਜਿਵੇਂ ਈੜੀ ਸਿਆਰੀ ਇਹ, ਉਵੇਂ ਹਾਏ ਸਿਆਰੀ ਹੈ, ਕੱਕੇ ਸਿਆਰੀ ਕੇ, ਇਸ ਤਰ੍ਹਾਂ ਬੋਲੇਗਾ ਇਹ। ਸੋ ਇਹਦੇ ਵਿੱਚ ਤੁਸੀਂ ਦੇਖਿਓ ਕਿ ਹਾ ਸ਼ਬਦ ਜਿਹੜਾ ਉਹ ਰਿਪੀਟ ਹੋ ਰਿਹਾ ਹੈ। ਸੋ ਜਿਵੇਂ ਕੀ ਹੈ ਕਿ ਅਗਰ ਐੜੇ ਨੂੰ ਦੁਲਾ ਦੀ ਮਾਤਰਾ ਸਾਡੇ ਬੋਲਣ ਦੇ ਵਿੱਚ ਸਾਨੂੰ ਲੱਗੇ ਕਿ ਐੜੇ ਨੂੰ ਦੁਲਾ ਦੀ ਬੋਲਣ ਦੇ ਵਿੱਚ, ਤਾਂ ਆਪਾਂ ਕੀ ਬੋਲ ਰਹੇ ਹਾਂ, ਸ਼ਹਿਰ, ਨਹਿਰ, ਕਹਿਰ, ਕਹਿਣਾ, ਖਹਿਣਾ, ਦੁਪਹਿਰ, ਬਹਿਰ, ਵਹਿਣਾ, ਰਹਿਣਾ। ਬੋਲਣ ਦੇ ਵਿੱਚ ਐਵੇਂ ਆ ਜੀ ਸਾਡਾ, ਪਰ ਲਿਖਣ ਦੇ ਵਿੱਚ ਦੇਖ ਲਓ ਕਿਵੇਂ ਆ। ਜਿਹੜੀ ਆਹ ਮਾਤਰਾ ਸਾਡੀ ਉਹ ਹਾਹੇ ਨੂੰ ਸਿਹਾਰੀ ਦੇ ਵਿੱਚ ਬਦਲ ਗਈ ਹੈ ਜੀ, ਛੋਟੀ ਈ ਦੀ ਮਾਤਰਾ ਦੇ ਵਿੱਚ ਬਦਲ ਗਈ ਹੈ। ਸੋ ਸ਼ਹਿਰ, ਨਹਿਰ, ਕਹਿਰ, ਕਹਿਣਾ, ਖਹਿਣਾ। ਖਹਿਣਾ ਮਤਲਬ ਕਿਸੇ ਚੀਜ਼ ਦੇ ਨਾਲ ਖਹਿਣਾ ਮਤਲਬ ਇੱਕ ਟੱਚ ਹੋਣਾ, ਜਿਵੇਂ ਕਹਿ ਸਕਦੇ ਆਪਾਂ ਖਹਿਣਾ। ਦੁਪਹਿਰ, ਬਹਿਰ, ਬਹਿਰ ਦਾ ਸ਼ਾਬਦਿਕ ਅਰਥ ਹੈ ਇਹ ਜਦੋਂ ਆਪਾਂ ਗਜ਼ਲ ਲਿਖੀ ਜਾਂਦੀ ਹੈ ਤਾਂ ਉਹਦੇ ਵਿੱਚ ਕੁਝ ਮਤਲਬ ਕੀ ਹੈ ਕਿ ਨਾਪ ਤੋਲ ਦਾ ਇੱਕ ਤਰ੍ਹਾਂ ਦਾ ਰੱਖਿਆ ਜਾਂਦਾ ਹੈ। ਜਦੋਂ ਹਰ ਗਜ਼ਲ ਦਾ ਹਰ ਇੱਕ ਸ਼ੇਰ ਹੈ ਜੋ ਉਹ ਇੱਕ ਤਰ੍ਹਾਂ ਦਾ ਮਤਲਬ ਕੀ ਹੈ, ਵਜਨ ਦੇ ਇੱਕੋ ਸਾਰ ਵਜਨ ਦੇ ਵਿੱਚ ਰੱਖੇ ਜਾਂਦੇ ਹਨ, ਉਹਨੂੰ ਕਿਹਾ ਜਾਂਦਾ ਹੈ ਬਹਿਰ। ਸੋ ਮਤਲਬ ਕੀ ਹੈ, ਇੱਕ ਗਜ਼ਲ ਦਾ ਇੱਕ ਸ਼ਬਦ ਹੈ ਮਤਲਬ ਬਹਿਰ। ਵਹਿਣਾ, ਰਹਿਣਾ। ਸੋ ਇੱਥੇ ਕੀ ਹੈ, ਤੁਸੀਂ ਦੇਖਿਆ ਹੋਣਾ ਕਿ ਜਿਹੜੀ ਐੜੇ ਨੂੰ ਜਿਹੜੀ ਸਾਡੀ ਦੁਲਾ ਦੀ ਮਾਤਰਾ ਹੈ ਉਹ ਐਕਚੁਅਲੀ ਦੇ ਵਿੱਚ ਸਿਹਾਰੀ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਸੋ ਇੱਥੇ ਵੀ ਦੇਖੋ ਹੁਣ 3 ਨੰਬਰ ਦੇ ਵਿੱਚ ਦੇਖੋ ਤੁਸੀਂ, ਤੁਹਾਡੇ ਸਾਹਮਣੇ ਇਸ ਤਰ੍ਹਾਂ ਦੇ 3-4 ਸ਼ਬਦ ਨੇ। ਇਹ ਸਾਰੇ ਜੋ ਮੈਂ ਲਿਖੇ ਨੇ ਇਹਨਾਂ ਦੇ ਵਿੱਚੋਂ ਹੀ ਦੇਖ ਲਿਓ, ਤੁਹਾਨੂੰ ਇੱਕ ਅੱਧਾ ਪ੍ਰਸ਼ਨ ਜ਼ਰੂਰ ਮਿਲ ਜਾਵੇਗਾ ਤੁਹਾਡੇ ਫਸਟ ਲੈਵਲ ਦੇ ਵਿੱਚ ਵੀ ਅਤੇ ਤੁਹਾਡੇ ਸੈਕਿੰਡ ਲੈਵਲ ਦੇ ਵਿੱਚ ਵੀ। ਇਸ ਕਰਕੇ ਇਹਨੂੰ ਧਿਆਨ ਨਾਲ ਦੇਖ ਲਓ ਬਸ। ਤੋ ਕਿਉਂਕਿ ਇਹਨਾਂ ਦਾ ਮੁੱਕਦਾ ਕੁਛ ਨਹੀਂ, ਜਿੰਨਾ ਮਰਜ਼ੀ ਕਰ ਲਓ ਇਹਨਾਂ ਨੂੰ, ਜੋ ਮਰਜ਼ੀ ਪੜ੍ਹ ਲਓ, ਪਰ ਥੋੜ੍ਹਾ ਜਿਹਾ ਬੋਲਣ ਦੇ ਤਰੀਕੇ 'ਚ ਜੇ ਸਾਨੂੰ ਪਤਾ ਹੈ ਮਾੜਾ ਜਿਹਾ, ਫਿਰ ਸੌਖੀ ਗੱਲ ਹੈ। ਇਸ ਕਰਕੇ ਜਿਵੇਂ ਮੈਂ ਇੱਕ ਵੀਡੀਓ ਦੇ ਵਿੱਚ ਜਿਹੜੀ ਕਿ ਵਰਣਮਾਲਾ ਮੈਂ ਜਿਵੇਂ ਤੁਹਾਨੂੰ ਬੋਲਣੀ ਸਿਖਾਈ ਹੈ, ਅਗਰ ਤੁਸੀਂ ਉਵੇਂ ਬੋਲਣੀ ਸਿੱਖ ਜਾਂਦੇ ਹੋ, ਸ਼ਬਦ ਜੋੜਾਂ ਦੇ ਨਿਯਮ ਤੁਹਾਨੂੰ ਆਪੇ ਆ ਜਾਣਗੇ, ਕੋਈ ਦਿੱਕਤ ਨਹੀਂ ਹੈ। ਕਿਉਂਕਿ ਆਹ ਦੇਖੋ ਈੜੀ ਸਿਹਾਰੀ ਆਪਾਂ ਨੂੰ ਪਤਾ ਲੱਗ ਗਿਆ ਜਦੋਂ ਵੀ ਈੜੀ ਸਿਹਾਰੀ ਇਹ ਬੋਲਦੀ ਹੈ, ਈੜੀ ਸਿਹਾਰੀ ਇਹ ਨਹੀਂ ਬੋਲਦੀ, ਈੜੀ ਸਿਹਾਰੀ ਈ ਨਹੀਂ ਬੋਲਦੀ, ਈੜੀ ਸਿਹਾਰੀ ਇਹ। ਈੜੀ ਸਿਹਾਰੀ ਨੂੰ ਇਹ ਬੋਲਿਆ ਜਾਂਦਾ ਹੈ, ਨਾ ਕਿ ਈ ਬੋਲਿਆ ਜਾਂਦਾ ਹੈ, ਨਾ ਕਿ ਈ ਬੋਲਿਆ ਜਾਂਦਾ ਹੈ। ਐਵੇਂ ਅਗਰ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਹੈ ਤਾਂ ਫਿਰ ਕੋਈ ਦਿੱਕਤ ਨਹੀਂ ਹੈ, ਉਵੇਂ ਹੀ ਇਹ ਹੈ ਜੀ। ਸੋ 3 ਨੰਬਰ 'ਤੇ ਕੀ ਹੈ, ਸੋਹਣਾ, ਮੋਹਰੇ, ਮੁਹੱਲਾ। ਹੁਣ ਇੱਥੇ ਕੀ ਹੈ, ਇਹ ਸ਼ੁੱਧ ਲਿਖੇ ਨੇ ਮੈਂ, ਪਰ ਦਿੱਕਤ ਕੀ ਆਉਂਦੀ ਹੈ, ਜਦੋਂ ਆਪਾਂ ਬੋਲਦੇ ਹਾਂ ਉਦੋਂ ਆਪਾਂ ਬੋਲਦੇ ਹਾਂ ਸੋਹਣਾ, ਇਸ ਤਰ੍ਹਾਂ ਬੋਲਦੇ ਹਾਂ ਜੀ। ਹੁਣ ਮੋਹਰੇ ਨੂੰ ਆਪਾਂ ਬੋਲਦੇ ਹਾਂ ਮੋਹਰੇ, ਅੱਗੇ ਮੇਰੇ ਮੋਹਰੇ ਨਾ ਖੜ। ਮੁਹੱਲਾ ਆਪਾਂ ਇਸ ਤਰ੍ਹਾਂ ਮੁਹੱਲਾ ਦੇਖੋ, ਅਤੇ ਆਪਾਂ ਨੂੰ ਐਂ ਲੱਗਦਾ ਕਿ ਇਹ ਇਸ ਤਰ੍ਹਾਂ ਸਹੀ ਹੋਏਗਾ ਕਿਤੇ ਮੁਹੱਲਾ, ਇਹ ਇਸ ਤਰ੍ਹਾਂ ਬਿਲਕੁਲ ਗਲਤ ਨੇ ਜੀ। ਆਹ ਸ਼ਬਦ ਅਗਰ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੇ ਸ਼ਬਦ ਆ ਜਾਣ ਤਾਂ ਇਹ ਗਲਤ ਨੇ ਜੀ। ਸਹੀ ਸ਼ਬਦ ਦੇਖ ਲਓ, ਸੋਹਣਾ, ਮੋਹਰੇ, ਮੁਹੱਲਾ। ਜਦੋਂ ਊੜੇ ਦੇ ਥੱਲੇ ਔਂਕੜ ਦੀ ਮਾਤਰਾ, ਕਿਉਂਕਿ ਔਂਕੜ ਵਾਲੀ ਊੜੇ ਦੇ ਥੱਲੇ ਲੱਗਦੀ ਹੈ,
ਉਸੇ ਤਰ੍ਹਾਂ ਹੀ ਸੱਸੇ ਦੇ ਥੱਲੇ ਔਂਕੜ ਦੀ ਮਾਤਰਾ ਹੈ ਜਿਵੇਂ, ਤਾਂ ਉਹ ਸੱਸੇ ਔਂਕੜ ਸੋ, ਸੋਹਣਾ। ਮੰਮੇ ਔਂਕੜ ਮੋ, ਮੋਹਰੇ। ਮੰਮੇ ਔਂਕੜ ਮੋ, ਮੁਹੱਲਾ। ਇਸ ਤਰ੍ਹਾਂ। ਸੋ ਇਹ ਜਿਹੜੀ ਹੈ ਇਹ ਆਪਣੀ ਓ ਵਾਲੀ ਮਾਤਰਾ ਹੈ, ਜਿਹੜੀ ਕਿ ਬੋਲਦੀ ਹੈ ਊੜੇ ਹੋੜਾ ਓ, ਜੋ ਲੰਮੀ ਦੀਰਘ ਲਗਾਂ ਹੈ। ਸੋ ਇੱਥੇ ਕੀ ਹੈ, ਇਹ ਜਿਹੜੀ ਦੀਰਘ ਲਗਾਂ ਹੈ, ਆ ਜਿਹੜੀ ਦੀਰਘ ਲਗਾਂ ਹੈ ਉਹ ਇੱਕ ਹਰਸਵ ਲਗਾਂ ਦੇ ਵਿੱਚ ਵਰਤ ਗਈ, ਹਰਸਵ ਲਗਾਂ ਦੇ ਵਿੱਚ ਚੇਂਜ ਹੋ ਗਈ ਹੈ, ਬਦਲੀ ਗਈ ਹੈ। ਸੋ ਇੱਥੇ ਕੀ ਹੈ, ਜਿਹੜੀ ਹੋੜੇ ਦੀ ਮਾਤਰਾ ਹੈ ਉਹ ਔਂਕੜ ਦੇ ਵਿੱਚ ਬਦਲ ਗਈ ਹੈ। ਦੇਖੋ, ਸੋਹਣਾ, ਮੋਹਰੇ, ਮੁਹੱਲਾ। ਉਸੇ ਤਰ੍ਹਾਂ ਹੀ ਥੱਲੇ ਦੇਖ ਲਓ। ਹੁਣ ਕੀ ਹੈ, ਜੋ ਮੈਂ 4 ਨੰਬਰ ਤੇ ਜੋ ਸ਼ਬਦ ਲਿਖੇ ਨੇ ਇਹ ਸਾਰੇ ਸ਼ੁੱਧ ਸ਼ਬਦ ਨੇ ਲਿਖਣ ਦੇ ਵਿੱਚ। ਹੁਣ ਆਪਾਂ ਜਦੋਂ ਬੋਲਦੇ ਹਾਂ ਤਾਂ ਉਦੋਂ ਆਪਾਂ ਇਹਨਾਂ ਸ਼ਬਦਾਂ ਦੇ ਨਾਲ, ਜੋ 4 ਨੰਬਰ ਵਾਲੇ ਸ਼ਬਦ ਹਨ ਇਹਨਾਂ ਦੀ ਮੈਂ ਗੱਲ ਕਰ ਰਿਹਾ, ਉਦੋਂ ਆਪਾਂ ਦੇਖ ਲਿਓ ਤੁਸੀਂ ਕਨੌੜੇ ਦੀ ਮਾਤਰਾ ਵਰਤਦੇ ਹਾਂ ਬੋਲਣ ਦੇ ਵਿੱਚ। ਦੇਖੋ, ਜਦੋਂ ਆਪਾਂ ਬੋਲਦੇ ਹਾਂ ਸਾਡੀ ਬੋਲਚਾਲ ਦੀ ਬੋਲੀ 'ਚ ਸਹੁਰਾ, ਖੌਰਾ, ਬਹੁਤ, ਮੋਹਰਾ, ਵਹੁਟੀ ਇਸ ਤਰ੍ਹਾਂ ਬੋਲਿਆ ਜਾਂਦਾ ਹੈ। ਆਪਾਂ ਮਾਤਰਾ ਕਿਹੜੀ ਬੋਲ ਰਹੇ ਹਾਂ ਜੀ? ਆਹਾ। ਹੁਣ ਮੈਂ ਐਵੇਂ ਹੀ ਲਿਖਦਾ, ਮੰਨ ਲਓ ਇਸ ਸ਼ਬਦ ਨੂੰ ਮੈਂ ਲਿਖਦਾ ਜੀ ਆ ਤੇ ਆਹਾ ਸਹੀ ਹੋਵੇਗਾ? ਨਾ ਜੀ, ਇਹ ਤਾਂ ਗਲਤ ਹੋ ਗਿਆ, ਗਲਤ ਹੋ ਗਿਆ ਜੀ। ਜੇ ਸਹੁਰਾ, ਜਿਵੇਂ ਮੰਨ ਲਓ ਆਪਾਂ ਬੋਲਣ 'ਚ ਬੋਲਚਾਲ 'ਚ ਬੋਲਦੇ ਹਾਂ ਸਹੁਰਾ, ਤੇ ਮੈਂ ਲਿਖਤਾ ਸਹੁਰਾ ਤੇ ਉਹ ਤਾਂ ਆ ਲਿਖਿਆ ਗਿਆ ਜੀ। ਨਾ ਜੀ, ਇਹ ਵੀ ਗਲਤ ਹੈ ਜੀ। ਸਹੀ ਕੀ ਹੈ? ਦੇਖੋ, ਜਿਹੜੀ ਸਾਡੀ ਕਨੌੜੇ ਦੀ ਮਾਤਰਾ ਹੈ, ਜਿਹੜੀ ਸਾਡੀ ਕਨੌੜੇ ਦੀ ਮਾਤਰਾ ਹੈ ਉਹ ਥੱਲੇ ਔਂਕੜ ਦੀ ਮਾਤਰਾ ਦੇ ਵਿੱਚ ਬਦਲ ਜਾਂਦੀ ਹੈ। ਉਹ ਜਿਹੜੀ ਸਾਡੀ ਦੀਰਘ ਲਗਾਂ ਹੈ ਉਹ ਹਰਸਵ ਲਗਾਂ ਦੇ ਵਿੱਚ ਬਦਲ ਜਾਂਦੀ ਹੈ, ਕਿਉਂਕਿ ਬੋਲਣ ਦੇ ਵਿੱਚ ਸੇਮ ਨੇ ਥੋੜ੍ਹੀਆਂ ਜਿਹੀਆਂ, ਬੋਲਣ ਦੇ ਵਿੱਚ ਸੇਮ ਕਰਕੇ ਸਾਨੂੰ ਇਹ ਭੁਲੇਖਾ ਪੈਂਦਾ ਹੈ। ਸੋ ਸ਼ੁੱਧ ਬੋਲਣਾ ਹੋਵੇ ਤਾਂ ਕੀ ਬੋਲੋਗੇ? ਸਹੁਰਾ, ਖਹੁਰਾ। ਹੁਣ ਦੇਖ ਲਓ ਧਿਆਨ ਨਾਲ, ਖੱਖਾ ਸਿੱਧਾ ਬੋਲਣਾ ਹੈ, ਉਹਦੇ ਉੱਪਰ ਕਨੌੜਾ ਨਹੀਂ ਲਾਉਣਾ। ਬੱਬਾ ਸਿੱਧਾ ਬੋਲਣਾ ਹੈ, ਉਸ ਦੇ ਉੱਪਰ ਕਨੌੜਾ ਨਹੀਂ ਲਾਉਣਾ। ਆਪਾਂ ਬੋਲਦੇ ਕੀ ਆ? ਬਹੁਤ, ਬਹੁਤ ਨਹੀਂ ਹੁੰਦਾ, ਬਹੁਤ ਹੁੰਦਾ, ਬਹੁਤ। ਸੋ ਇੱਥੇ ਕੀ ਹੈ, ਖਹੁਰਾ ਸ਼ਬਦ ਦਾ ਸ਼ਾਬਦਿਕ ਅਰਥ ਹੁੰਦਾ ਖੁਰਦਰਾ, ਜਾਂ ਕੋਈ ਚੀਜ਼ ਸਖਤ ਹੋਵੇ, ਜਾਂ ਕੋਈ ਬਾਹਲਾ ਤਲਿਆ ਪਿਆ ਹੋਵੇ, ਜਿਵੇਂ ਬਾਹਲਾ ਅੱਕਿਆ ਹੋਵੇ ਉਹਨੂੰ ਵੀ ਖਹੁਰਾ ਕਹਿ ਦਿੰਦੇ ਆ, ਖਹੁਰਾ। ਬਹੁਤ, ਮੋਹਰਾ। ਮੋਹਰਾ ਦਾ ਅਰਥ ਹੁੰਦਾ ਜ਼ਹਿਰ, ਜ਼ਹਿਰ, ਪੋਇਜ਼ਨ, ਜ਼ਹਿਰ, ਉਹਨੂੰ ਕਹਿੰਦੇ ਆ ਮੋਹਰਾ। ਵਹੁਟੀ। ਸੋ ਇੱਥੇ ਸ਼ਬਦ ਕੀ ਹੈ, ਜੋ ਸ਼ੁੱਧ ਲਿਖਣ ਦੇ ਵਿੱਚ ਇਸ ਤਰ੍ਹਾਂ ਨੇ, ਅਸੀਂ ਬੋਲਣ ਦੇ ਵਿੱਚ ਸਾਡੇ ਵੱਲੋਂ ਕੀ ਹੈ, ਆ ਕਨੌੜਾ ਲਾ ਕੇ ਬੋਲਦੇ ਹਾਂ, ਕਨੌੜੇ ਦੀ ਮਾਤਰਾ ਲਾ ਕੇ ਬੋਲਦੇ ਹਾਂ। ਸੋ ਬੋਲਣ ਦੇ ਵਿੱਚ ਭਾਵੇਂ ਕੁਝ ਵੀ ਹੈ, ਪਰ ਲਿਖਣ ਦੇ ਵਿੱਚ ਆ ਹੈ। ਇਸ ਕਰਕੇ ਅਗਰ ਤੁਸੀਂ ਸ਼ੁੱਧ ਲਿਖਣਾ ਹੈ, ਜਿਵੇਂ ਬੋਲੋ ਤਿਵੇਂ ਲਿਖੋ ਦੇ ਨਿਯਮ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਸ਼ੁੱਧ ਲਿਖਣਾ ਸਿੱਖਣਾ ਹੈ ਤਾਂ ਤੁਹਾਡਾ ਉਚਾਰਨ ਸ਼ੁੱਧ ਹੋਣਾ ਚਾਹੀਦਾ ਹੈ। ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਿਓ, ਇਹ ਕੰਮ ਆਵੇਗੀ ਅੱਗੇ ਜਦੋਂ ਆਪਾਂ ਭਾਸ਼ਾ ਕੌਸ਼ਲਾਂ ਦੀ ਗੱਲ ਕਰਾਂਗੇ, ਉਦੋਂ ਸਾਡੇ ਕੰਮ ਆਵੇਗੀ। ਅੱਛਾ ਜੀ, ਹੁਣ ਦੇਖੋ ਇਹ ਸ਼ਬਦ ਕੀ ਸੀ ਜੋ ਸਾਡਾ 5 ਨੰਬਰ ਤੇ ਜੋ ਸਾਡੇ ਸ਼ਬਦ ਲਿਖੇ ਨੇ, ਜਸ, ਜਗ, ਜਤਨ, ਯਾਤਰਾ, ਯਾਤਰੀ, ਜੁਗ, ਜੁੱਧ, ਜੋਧਾ, ਜੋਗ, ਜੋਗੀ। ਇਹ ਕੀ ਸੀ? ਸ਼ੁੱਧ ਜਦੋਂ ਇਹ ਮੂਲ ਭਾਸ਼ਾ ਸੰਸਕ੍ਰਿਤ ਚੋਂ ਲਏ ਗਏ ਸੀ ਤਾਂ ਇਹਨਾਂ ਜੱਜੇ ਦੀ ਥਾਂ ਤੇ ਸੀ ਯਈਆ ਸ਼ਬਦ। ਦੇਖ ਲਓ, ਕਿਸੇ ਸਮੇਂ ਯੋਗੀ, ਇਸ ਤਰ੍ਹਾਂ ਪੰਜਾਬੀ ਦੇ ਵਿੱਚ ਇਹ ਵੀ ਲਿਖਿਆ ਜਾਂਦਾ ਰਿਹਾ। ਯਾਤਰੀ ਦੇਖ ਲਓ, ਇਸ ਨੂੰ ਇਸ ਤਰ੍ਹਾਂ ਲਿਖਿਆ ਜਾਂਦਾ ਹੁੰਦਾ ਸੀ, ਯਾਤਰੀ। ਪਰ ਕੀ ਹੋ ਗਿਆ? ਹੁਣ ਦੇਖੋ, ਬੋਲਣ ਦੇ ਵਿੱਚ ਧਿਆਨ ਰੱਖਿਓ, ਬੋਲਣ 'ਚ ਹੁੰਦਾ ਯਸ਼, ਤੇ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਲਿਖਣ ਦੇ ਵਿੱਚ ਜਸ, ਜਗ, ਜਤਨ, ਯਤਨ ਨੂੰ ਜਤਨ, ਯਾਤਰਾ, ਯਾਤਰਾ ਨੂੰ ਯਾਤਰਾ, ਯਾਤਰੀ, ਯਾਤਰੀ ਨੂੰ ਯਾਤਰੀ, ਯੁੱਗ ਨੂੰ ਜੁਗ, ਯੁੱਧ ਨੂੰ ਯੁੱਧ, ਯੋਧਾ ਨੂੰ ਯੋਧਾ, ਯੋਗ ਨੂੰ ਜੋਗ, ਯੋਗੀ ਨੂੰ ਜੋਗੀ। ਸੋ ਯਈਏ ਤੋਂ ਜੱਜੇ ਦੇ ਵਿੱਚ ਬਦਲਿਆ। ਇਹ ਤੁਸੀਂ ਧਿਆਨ ਰੱਖਿਓ ਇਹਨਾਂ ਸ਼ਬਦਾਂ ਨੂੰ। ਸੋ ਇਹ ਕੀ ਹੋ ਗਏ? ਇਹ ਇੱਕ ਸੰਸਕ੍ਰਿਤ ਦੇ ਸ਼ਬਦ ਸਨ ਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਤਦਭਵ ਰੂਪ ਦੇ ਵਿੱਚ ਵਰਤਿਆ ਗਿਆ ਹੈ। ਸੋ ਇਹ ਤਦਭਵ ਵੀ ਹਨ, ਨਾਲ ਨਾਲ ਤਤਸਮ ਨਹੀਂ ਹਨ, ਕਿਉਂਕਿ ਯਈਏ ਨੂੰ ਜੱਜਾ ਬੋਲਿਆ ਜਾ ਰਿਹਾ ਹੈ। ਫਰਕ ਪੈ ਗਿਆ ਹੈ। ਇਸ ਕਰਕੇ ਕੀ ਹੈ, ਜਦੋਂ ਫਰਕ ਪੈ ਜੇ ਸ਼ਬਦਾਂ 'ਚ ਉਦੋਂ ਉਹ ਸ਼ਬਦ ਤਦਭਵ ਬਣ ਜਾਂਦੇ ਹਨ। ਇਹਨਾਂ ਬਾਰੇ ਵੀ ਅੱਗੇ ਗੱਲ ਕਰਾਂਗੇ। ਹੁਣ ਦੇਖੋ ਜੀ,
ਅੱਛਾ ਇੱਥੇ ਕੀ ਸੀ ਸ਼ੁਰੂ ਦੇ ਵਿੱਚ ਜਿਹੜਾ ਸਾਡਾ ਯਈਆ ਸੀ य ਉਹ ਕੀ ਹੋਇਆ ਜ ਦੇ ਵਿੱਚ ਜੱਜੇ 'ਚ ਬਦਲ ਗਿਆ ਸ਼ੁਰੂ 'ਚ। ਹੁਣ ਕੀ ਹੈ ਕਈਆਂ ਸ਼ਬਦਾਂ ਦੇ ਅੰਤ ਦੇ ਵਿੱਚ ਯਈਆ ਸੀਗਾ ਜਿਹੜੇ ਇਹ ਕੀ ਹੈ ਇਹ ਹੈਗੇ ਆ ਸੰਸਕ੍ਰਿਤ ਦੇ ਮੂਲ ਸ਼ਬਦ, ਉਹਨਾਂ ਨੂੰ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਜਾਂਦਾ ਹੈ। ਅਸੀਂ ਇਹਨਾਂ ਨੂੰ ਕੀ ਹੈ ਹੁਣ ਜਦੋਂ ਬੋਲਦੇ ਆ ਸੰਸਕ੍ਰਿਤ 'ਚ ਜਾਂ ਹਿੰਦੀ 'ਚ ਸੂਰਿਆ ਬੋਲਦੇ ਆ, ਪੰਜਾਬੀ 'ਚ ਸੂਰਜ, ਕਾਰਿਆ ਕਾਰਜ, ਧੈਰਯ ਦੀ ਧੀਰਜ, ਧੈਰਯ ਸੀ ਜਿਹੜਾ ਉਹ ਧੀਰਜ ਦੇ ਵਿੱਚ ਬਦਲ ਗਿਆ। ਇਹ ਵੀ ਸ਼ਬਦ ਤੁਸੀਂ ਧਿਆਨ ਵਿੱਚ ਰੱਖਣੇ ਆ, ਇਹ ਵੀ ਤਦ ਭਵ ਰੂਪ ਦੇ ਵਿੱਚ ਵਰਤੇ ਗਏ ਹਨ। ਜਿਨ੍ਹਾਂ ਸ਼ਬਦਾਂ ਦੇ ਅੰਤ ਵਿੱਚ ਯਈਆ ਸੀ ਉਹਨੂੰ ਪੰਜਾਬੀ ਦੇ ਵਿੱਚ ਯਈਆ ਨਾ ਵਰਤ ਕੇ ਜੱਜਾ ਵਰਤਿਆ ਗਿਆ ਹੈ। ਉਦੋਂ ਬਾਅਦ 'ਚ ਹੋਰ ਵੇਖੋ ਜੀ ਅੱਗੇ ਕੀ ਹੈ ਹੁਣ 7 ਨੰਬਰ 'ਤੇ ਤਾਂ ਯਈਏ ਦਾ ਲੋਪ ਹੀ ਕਰਤਾ, ਜਿਹੜਾ ਯਈਆ ਅੱਖਰ ਸੀ। ਆ ਜਿਹੜੇ 3 ਨੇ ਸਾਡੇ 3 ਇਹ ਯਈਏ ਨਾਲ ਸੰਬੰਧਿਤ ਨੇ, 3 ਇਹ ਜਿਹੜੇ ਸਾਡੇ 3 ਰੂਲ ਨੇ ਇਹ ਯਈਏ ਅੱਖਰ ਨਾਲ ਇਸ ਅੱਖਰ ਨਾਲ ਸੰਬੰਧਿਤ ਨੇ। ਸੋ ਪਹਿਲੇ ਦੇ ਵਿੱਚ ਤੁਸੀਂ ਦੇਖਿਆ ਕਿ ਯਈਆ ਸ਼ੁਰੂ ਦੇ ਵਿੱਚ ਆਇਆ ਤਾਂ ਜੱਜਾ ਬਣ ਗਿਆ, ਉਸ ਤੋਂ ਬਾਅਦ ਯਈਆ ਅੰਤ 'ਚ ਆਇਆ ਤਾਂ ਜੱਜਾ ਬਣ ਗਿਆ। ਅੱਛਾ ਇੱਥੇ ਤਾਂ ਯਈਏ ਨੂੰ ਖਤਮ ਹੀ ਕਰਤਾ, ਉਪਾਏ ਨੂੰ ਉਪਾ ਲਿਖਤਾ ਐੜੇ ਨਾ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਯਈਆ ਅਰਧ ਸਵਰ ਦਾ ਵੀ ਕੰਮ ਕਰਦਾ ਹੈ। ਦੇਖੋ ਕਿਵੇਂ ਉਪਾ ਸ਼ਬਦ ਦੇ ਵਿੱਚ ਅਗਰ ਮੈਂ ਇਸ ਨੂੰ ਜਿਹੜਾ ਇਹ ਅਗਰ ਮੈਂ ਤਤਸਮ ਰੂਪ ਦੇ ਵਿੱਚ ਲਿਖਾਂ ਪੰਜਾਬੀ ਦੇ ਵਿੱਚ ਉਪਾ ਸ਼ਬਦ ਨੂੰ, ਇੱਥੇ ਯਈਏ ਨੂੰ ਯਈਆ ਅਰਧ ਸਵਰ ਦੇ ਵਿੱਚ ਕਿਵੇਂ ਕੰਮ ਕਰਦਾ ਹੈ। ਦੇਖੋ ਅਗਰ ਮੈਂ ਇਸ ਨੂੰ ਲਿਖਣਾ ਹੁੰਦਾ ਤਾਂ ਮੈਂ ਇਸ ਤਰ੍ਹਾਂ ਲਿਖਦਾ ਉਪਾਏ, ਆਹ ਹੈ ਸ਼ਬਦ ਜੀ, ਬੋਲਣ ਦੇ ਵਿੱਚ ਉਪਾਏ ਸ਼ਬਦ ਸਾਡਾ ਆਹ ਹੈ, ਪਰ ਪੰਜਾਬੀ ਦੇ ਵਿੱਚ ਕੀ ਹੈ ਉਪਾ। ਸੋ ਕੀ ਹੈ ਯਈਆ ਜਿਹੜਾ ਉਹ ਐੜੇ ਸਵਰ ਦੇ ਵਿੱਚ ਬਦਲ ਗਿਆ ਹੈ। ਐੜਾ ਸਵਾਰੀ ਹੈ ਨਾ ਸਾਡਾ, ਐੜਾ ਸਾਡਾ ਸਵਰ ਹੈ, ਯਈਆ ਸਾਡਾ ਵਿਅੰਜਨ ਸੀ। ਸੋ ਇਹ ਕੀ ਹੈ ਯਈਆ ਅਰਧ ਸਵਰ ਕਿਉਂ ਕਿਹਾ ਜਾਂਦਾ ਹੈ ਇਸ ਨੂੰ, ਕਿਉਂਕਿ ਇਹ ਸਵਰ ਦਾ ਵੀ ਕੰਮ ਕਰਦਾ ਹੈ। ਇੱਥੇ ਦੇਖ ਲਓ ਆਹ ਸਭ ਤੋਂ ਵੱਡਾ ਉਦਾਹਰਣ ਹੈ ਯਈਏ ਦਾ ਸਵਰ ਦੇ ਰੂਪ ਵਿੱਚ ਬਦਲ ਜਾਣਾ। ਵਿਦਿਆਲਿਆ ਨੂੰ ਵਿਦਿਆਲਾ, ਹਿਮਾਲਿਆ ਨੂੰ ਹਿਮਾਲਾ, ਲਾਸਟ ਦੇ ਵਿੱਚ ਯਈਆ ਸੀਗਾ ਜਿਹੜਾ ਲੋਪ ਹੋ ਗਿਆ, ਖਤਮ ਹੋ ਗਿਆ। ਤੁਲਿਆ ਨੂੰ ਤੁਲ, ਤੁਲਿਆ ਨੂੰ ਧਿਆਨ ਰੱਖਿਓ ਤੁਲ ਉੱਤੇ ਅਧਕ ਵੀ ਲਾਉਣਾ ਹੈ, ਤੁਲ। ਜਿਹੜਾ ਨਿਰਭੈ ਲਾਸਟ ਦੇ ਵਿੱਚ ਜਿਹੜਾ ਯਈਆ ਸੀ ਉਹਨੂੰ ਹਟਾਤਾ, ਨਿਰਭੈ ਉੱਪਰ ਮਾਤਰਾ ਲਾਤੀਆਂ 2। ਜਿਹੜਾ ਭਾਰਤੀਆ ਸੀ ਉਹਨੂੰ ਭਾਰਤੀ ਕਰਤਾ, ਜਿਹੜਾ ਰਾਸ਼ਟਰੀਏ ਸੀ ਉਹਨੂੰ ਰਾਸ਼ਟਰੀ ਕਰਤਾ। ਦੇਖੋ ਯਈਆ ਜਿਹੜਾ ਉਹ ਲੋਪ ਹੋ ਗਿਆ। ਅੱਛਾ ਹੁਣ ਦੇਖੋ 8 ਨੰਬਰ 'ਤੇ ਆਪਣੀ ਗੱਲ ਆ ਗਈ ਹੈ ਜੀ। ਇੱਥੇ ਕੀ ਹੈ ਤੁਸੀਂ ਦੇਖੋ 3 ਸ਼ਬਦ ਨੇ ਦੁਆਰਾ, ਸਵਾਦ, ਸੁਆਮੀ। ਤੇ ਬੋਲਣ ਦੇ ਵਿੱਚ ਕੀ ਸੀ ਤਤਸਮ ਰੂਪ ਦੇ ਵਿੱਚ ਦੁਆਰਾ, ਸਵਾਦ, ਸਵਾਮੀ ਇਸ ਤਰ੍ਹਾਂ ਬੋਲੇ ਜਾਂਦੇ ਸੀਗੇ, ਵਾਹ ਬੋਲਿਆ ਜਾਂਦਾ ਸੀ। ਸੋ ਕੀ ਹੋਇਆ ਵਾਵਾ ਜਿਹੜਾ ਉਹ ਐੜੇ ਸਵਰ ਦੇ ਵਿੱਚ ਬਦਲ ਗਿਆ ਪੰਜਾਬੀ ਦੇ ਵਿੱਚ। ਸੋ ਦੁਆਰਾ, ਸਵਾਦ, ਸੁਆਮੀ ਇਸ ਤਰ੍ਹਾਂ। ਹੁਣ ਤੁਸੀਂ ਦੇਖ ਲਵੋ ਇਹਨਾਂ ਸ਼ਬਦਾਂ ਨੂੰ। ਹੁਣ ਅੱਗੇ ਕੀ ਹੈ ਦੇਖੋ ਇਹ ਸ਼ਬਦ ਸ਼ੁੱਧ ਲਿਖੇ ਨੇ ਮੈਂ ਬਿਲਕੁਲ, ਬਸ ਇਹ ਹੀ ਤੁਹਾਡੇ ਸਾਹਮਣੇ ਐਗਜ਼ਾਮ ਦੇ ਵਿੱਚ ਤੁਸੀਂ ਇਹੀ ਪ੍ਰਸ਼ਨ ਆ ਜਿਹੜਾ ਹੈ ਇੱਕ ਪੂਰੇ ਬੋਰਡ 'ਤੇ ਜਿਹੜੇ ਲਿਖੇ ਹਨ ਇਹਨਾਂ ਦੇ ਵਿੱਚੋਂ ਹੀ ਉਦਾਹਰਣ ਦੇਖ ਲਿਓ, ਭਾਵੇਂ ਇਹਨਾਂ 'ਚੋਂ ਹੀ ਆਉਣਗੇ। ਦੇਖੋ ਜੀ ਸਾਡਾ 9 ਨੰਬਰ। ਹੁਣ ਦੇਖੋ ਜੀ ਹਿੰਦੀ ਦਾ ਜਿਹੜਾ ਨੰਨਾ ਸੀ, ਜਿਹੜਾ ਨੰਨਾ ਸੀ ਹਿੰਦੀ ਦਾ ਉਹ ਹੋ ਗਿਆ ਜੀ ਅਣਾਣੇ ਦੇ ਵਿੱਚ ਤਬਦੀਲ। ਨੰਨੇ ਨੂੰ ਅਣਾਣੇ 'ਚ ਤਬਦੀਲ ਕਰਤਾ, ਅਣਾਣੇ 'ਚ। ਦੇਖੋ ਕਿਵੇਂ ਜਾਣਾ ਨੂੰ ਜਾਣਾ, ਖਾਣਾ ਨੂੰ ਖਾਣਾ, ਜਾਗਣਾ ਨੂੰ ਜਾਗਣਾ, ਉਵੇਂ ਹੀ ਤੱਕਣਾ ਮਤਲਬ ਕਿਸੇ ਨੂੰ ਦੇਖਣਾ ਉਹਨੂੰ ਕਹਿੰਦੇ ਤੱਕਣਾ, ਫਸਣਾ, ਲਿਖਣਾ, ਕੰਬਣਾ, ਸੁੱਟਣਾ, ਖੁੱਲ੍ਹਣਾ, ਜਾਣਾ। ਇਹ ਤੁਸੀਂ ਧਿਆਨ ਰੱਖਿਓ ਗਿਣੇ ਚੁਣੇ ਸ਼ਬਦ ਨੇ, ਇਹੀ ਵਾਰ-ਵਾਰ ਰਿਪੀਟ ਹੋ ਕੇ ਆਉਂਦੇ ਨੇ। ਸੋ ਇਹਨਾਂ ਦੇ ਵਿੱਚ ਤੁਸੀਂ ਧਿਆਨ ਰੱਖਿਓ ਕਿ ਹਿੰਦੀ ਦੇ ਵਿੱਚ ਇਹਨਾਂ ਸ਼ਬਦਾਂ ਦੇ ਆਪਾਂ ਨੰਨੇ ਨਾਲ ਲਿਖਦੇ ਹਾਂ, ਆਪਾਂ ਇਹਨਾਂ ਨੂੰ ਨਲ ਵਾਲੇ ਨਾਲ, ਪਰ ਇੱਥੇ ਕੀ ਹੋਇਆ ਕਿ ਇਹ ਇਸ ਅਣਾਣੇ ਅੱਖਰ ਦੇ ਵਿੱਚ ਤਬਦੀਲ ਹੋ ਗਏ। ਇਹ ਜਾਣਾ ਨਹੀਂ ਰਿਹਾ, ਇਹ ਜਾਣਾ ਹੋ ਗਿਆ। ਇਹ ਖਾਣਾ ਨਹੀਂ ਰਿਹਾ, ਖਾਣਾ ਹੋ ਗਿਆ। ਇਹ ਜਾਗਣਾ ਨਹੀਂ ਰਿਹਾ, ਹੁਣ ਜਾਗਣਾ ਹੋ ਗਿਆ। ਅਣਾਣਾ ਹੋ ਗਿਆ, ਅਣਾਣਾ। ਉਸੇ ਪ੍ਰਕਾਰ ਹੀ ਹੋਰ ਦੇਖੋ ਇਹ ਤੜਪਣਾ ਸੀਗਾ, ਇਹ ਤੜਪਣਾ ਨਹੀਂ, ਤੜਪਣਾ ਹੋ ਗਿਆ। ਦੇਖੋ ਤੜਪਣਾ, ਨੈ ਨਹੀਂ ਗਾ, ਤੜਪਣਾ, ਅਣੈ ਅਣੈ। ਹੁਣ ਗੱਡਣਾ, ਥੰਮਣਾ, ਦੱਬਣਾ, ਭੁੜਕਣਾ, ਇਸ ਤਰ੍ਹਾਂ ਕਰਕੇ ਸ਼ਬਦ ਨੇ ਜੋ ਕੀ ਹੋਇਆ ਕਿ ਨੰਨੇ ਦੀ ਥਾਂ ਜੋ ਹਿੰਦੀ ਦੇ ਵਿੱਚ ਨਲ ਵਾਲਾ ਬੋਲਿਆ ਜਾਂਦਾ ਸੀ ਉਹਨਾਂ ਨੂੰ
ਪੰਜਾਬੀ ਨੇ, ਪੰਜਾਬੀ ਦੇ ਅਣਾਣੇ ਸ਼ਬਦ ਨੇ ਉਹਨਾਂ ਦੀ ਸਥਾਨ ਲੈ ਲਈ। ਉਸ ਨੰਨੇ ਦੀ ਜਗ੍ਹਾ ਕਿਹਨੇ ਲੈ ਲਈ? ਅਣਾਣੇ ਨੇ ਇਹਨਾਂ ਸ਼ਬਦਾਂ ਦੇ ਵਿੱਚ। ਅੱਛਾ, ਫਿਰ ਇਸ ਤਰ੍ਹਾਂ ਦੇ ਵੀ ਸ਼ਬਦ ਹੋਣਗੇ ਜਿਨ੍ਹਾਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਚੇਂਜ ਹੋ ਸਕਦਾ ਹੈ, ਪਰ ਨਹੀਂ। ਉਹਨਾਂ ਦੇ ਵਿੱਚ ਕੀ ਹੋਇਆ? ਹੁਣ ਆਹ ਦੇਖੋ ਸ਼ਬਦ, ਕੁਝ ਸ਼ਬਦ ਅਜਿਹੇ ਨੇ ਜਿਨ੍ਹਾਂ ਦੇ ਲਾਸਟ ਵਿੱਚ ਨੰਨਾ ਕਾਇਮ ਹੈ, ਉਸੇ ਪ੍ਰਕਾਰ ਹੀ ਨੈ ਨਲ ਵਾਲਾ। ਇਹ ਦੇਖੋ ਸੁਣਨਾ ਸੀ ਜਿਹੜਾ, ਉਹਨੂੰ ਸੁਣਨਾ ਕਰਤਾ। ਧਿਆਨ ਰੱਖਿਓ ਇਸ ਨੂੰ, ਇਹ ਇੰਪੋਰਟੈਂਟ ਹੈ ਇਹ। ਜਿਹੜਾ ਆਪਾਂ ਹਿੰਦੀ ਦੇ ਵਿੱਚ ਸੁਣਨਾ, ਉਹਨੂੰ ਪੰਜਾਬੀ 'ਚ ਸੁਣਨਾ। ਜਿਹੜਾ ਵਿਚਾਲੜਾ, ਇਹ ਸੁਣਨਾ ਅਤੇ ਚੁਣਨਾ, ਇਹਨਾਂ ਦੇ ਵਿੱਚ ਜੋ ਸਾਡਾ ਵਿੱਚ ਵਾਲਾ ਨੰਨਾ ਅੱਖਰ ਸੀ, ਨੈ ਨਲ ਵਾਲਾ, ਉਹ ਪੰਜਾਬੀ ਦੇ ਵਿੱਚ ਅਣਾਣੇ ਵਿੱਚ ਤਬਦੀਲ ਹੋ ਗਿਆ। ਆਹ ਦੋ ਉਦਾਹਰਨਾਂ 'ਚ ਸੁਣਨਾ, ਚੁਣਨਾ। ਉਸੇ ਪ੍ਰਕਾਰ ਹੀ ਬੁਣਨਾ ਨਹੀਂ ਰਹਿ ਗਿਆ, ਬੁਣਨਾ, ਜੜਨਾ, ਝੂਰਨਾ, ਡਰਨਾ, ਘੂਰਨਾ। ਸੋ ਕਿਸੇ ਨੂੰ ਗਹਿਰੀ ਜੀ ਨਿਗਾਹ ਨਾਲ ਵੇਖਣਾ। ਘੂਰਨਾ, ਝੂਰਨਾ ਮਤਲਬ ਕੀ ਹੁੰਦਾ? ਕਿ ਆਪਣੇ ਮਤਲਬ ਕੀ ਹੈ ਕਿ ਕਿਸੇ ਪਰੇਸ਼ਾਨੀ ਦੇ, ਦਿੱਕਤ ਦੇ ਵਿੱਚ, ਜਾਂ ਕਈ ਵਾਰੀ ਵੱਸ ਨਹੀਂ ਚੱਲਦਾ ਸਾਡਾ, ਉਦੋਂ ਆਪਣੀ ਜਿਹੜੀ ਹਾਲਾਤ ਹੁੰਦੀ ਹੈ ਉਹਨੂੰ ਕਹਿੰਦੇ ਆ ਝੂਰਨਾ। ਹੋਰ ਦੇਖੋ ਜੀ 11 ਨੰਬਰ 'ਤੇ ਦੇਖੋ ਕੀ ਹੈ, ਮੈਂ ਲਿਖੇ ਨੇ ਕੁਝ ਸ਼ਬਦ ਜਿਨ੍ਹਾਂ ਦੇ ਵਿੱਚ ਸਿਹਾਰੀ ਹੈ ਜਿਹੜੀ ਉਹ ਮੱਧ ਕਾਲ ਦੇ ਵਿੱਚ ਇਹਨਾਂ ਸ਼ਬਦਾਂ 'ਚ ਵਰਤੀ ਜਾਂਦੀ ਸੀ। ਅੱਤ, ਆਦ ਸ਼ਬਦ ਵਿੱਚ ਖਾਸ ਕਰ ਆਦ ਸ਼ਬਦ ਅਤੇ ਸੱਤ ਸ਼ਬਦ ਦੇ ਵਿੱਚ। ਸੋ ਉਹ ਜਿਹੜੀ ਸਿਹਾਰੀ ਸੀ ਉਹ ਉਵੇਂ ਹੀ ਕਾਇਮ ਹੈ, ਉਹਨੂੰ ਹਟਾਇਆ ਨਹੀਂ ਗਿਆ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਇਹਨੂੰ ਆਪਾਂ ਅਤੀ ਬੋਲੀ ਜਾਈਏ, ਇਹਨੂੰ ਆਦੀ ਬੋਲੀ ਜਾਈਏ, ਨਾ ਜੀ। ਇਹਦਾ ਮਤਲਬ ਹੈ ਅੱਤ। ਅੱਤ ਹੁੰਦਾ ਜਦੋਂ ਕਿਸੇ ਚੀਜ਼ ਦੀ ਬਿਲਕੁਲ ਪੀਕ, ਅੰਤ, ਉਹਨੂੰ ਕਹਿੰਦੇ ਆ ਅੱਤ। ਆਦ ਸ਼ੁਰੂ ਕਰਨਾ। ਕਵਿਤਾ ਦੇਖੋ ਵਾਵੇ ਨੂੰ ਸਿਹਾਰੀ। ਭੂਮਿਕਾ ਸੱਤ। ਜਦੋਂ ਆਪਾਂ ਕਿਸੇ ਨੂੰ ਸਤਿ ਸ੍ਰੀ ਅਕਾਲ ਲਿਖਦੇ ਹਾਂ ਤਾਂ ਉਦੋਂ ਆਹ ਜਿਹੜਾ ਸੱਤ ਹੈ ਵਰਤਿਆ ਜਾਂਦਾ ਹੈ। ਆਹ ਵਾਲਾ ਸੱਤ ਹੈ ਜਿਹੜਾ, ਇਹ ਸਾਡਾ ਗਲਤ ਹੈ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਖਾਸ ਕਰ ਸਾਡਾ ਆਦ ਸ਼ਬਦ ਅਤੇ ਸੱਤ ਸ਼ਬਦ, ਇਹਨਾਂ ਦੇ ਵਿੱਚ ਸਿਹਾਰੀ ਹੈ ਜਿਹੜੀ ਉਹ ਅੱਜ ਵੀ ਕਾਇਮ ਹੈ। ਛੋਟੀ ਈ ਦੀ ਮਾਤਰਾ ਦੇਖੋ ਅੱਜ ਵੀ ਬੋਲੀ ਜਾਂਦੀ ਹੈ, ਅੱਜ ਵੀ ਲਿਖਣ ਦੇ ਵਿੱਚ ਆਉਂਦੀ ਹੈ। ਇਹ ਤੁਸੀਂ ਧਿਆਨ ਰੱਖਣਾ ਹੈ। ਅੱਛਾ, ਹੁਣ ਕੁਝ ਅਜਿਹੇ ਵੀ ਹੋਣਗੇ ਜਿਨ੍ਹਾਂ ਦੇ ਵਿੱਚ ਸਿਹਾਰੀ ਦੀ ਮਾਤਰਾ ਹਟਾਈ ਗਈ ਹੈ ਜਾਂ ਔਂਕੜ ਦੀ। ਬਿਲਕੁਲ ਜੀ, ਆਹ ਦੇਖੋ ਉਦਾਹਰਣ। ਹਿੰਦੀ ਦੇ ਵਿੱਚ ਮੰਦਿਰ, ਪੰਜਾਬੀ 'ਚ ਮੰਦਰ। ਵਣਜ, ਚਤੁਰ ਨੂੰ ਚਤਰ ਲਿਖਣਾ, ਠਾਕੁਰ ਨੂੰ ਠਾਕਰ, ਬਹਾਦਰ ਨੂੰ ਬਹਾਦਰ। ਆਹ ਖਾਸ ਕਰਕੇ ਧਿਆਨ ਰੱਖਿਓ, ਠਾਕਰ ਅਤੇ ਬਹਾਦਰ। ਹੁਣ ਤੁਸੀਂ ਕਹੋਗੇ ਜੀ ਕਈ ਕਿਤਾਬਾਂ ਦੇ ਵਿੱਚ ਲਿਖਣ 'ਚ ਆਉਂਦਾ ਹੈ, ਪਰ ਲਿਖਣ ਦੇ ਵਿੱਚ ਆਉਂਦਾ ਹੋਵੇਗਾ, ਪਰ ਸਹੀ ਸ਼ਬਦ ਪੰਜਾਬੀ ਦੇ ਆਹ ਹੀ ਨੇ। ਠਾਕਰ ਹੈ, ਬਹਾਦਰ ਹੈ, ਇਹਨਾਂ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ। ਅੱਛਾ, ਕੁਝ ਸ਼ਬਦ ਅਜਿਹੇ ਵੀ ਨੇ ਜਿਹੜੇ ਆਪਾਂ, ਜਿਹੜਾ ਗੱਗਾ ਅਤੇ ਘੱਗਾ ਸ਼ਬਦ ਨੇ ਦੋ। ਗੱਗਾ ਅਤੇ ਘੱਗਾ, ਇਹ ਸਾਡਾ ਗੱਗਾ ਹੈ, ਇਹ ਸਾਡਾ ਸ਼ਬਦ ਹੈ ਜੀ ਘੱਗਾ। ਗੱਗਾ ਗਾਂ ਵਾਲਾ ਅਤੇ ਘੱਗਾ ਘੜੀ ਵਾਲਾ, ਇਹ ਦੋ ਸ਼ਬਦ ਨੇ। ਇਹਨਾਂ ਦੇ ਵਿੱਚ ਦੇਖੋ ਕੀ ਹੈ ਕਿ ਇਹ ਜਦੋਂ ਇਹਨਾਂ ਦੀ ਥਾਂ 'ਤੇ ਆਪਾਂ, ਇੱਕ ਦੂਜੇ ਦੀ ਥਾਂ 'ਤੇ ਆਪਾਂ ਇਹਨਾਂ ਨੂੰ ਜਦੋਂ ਰੱਖੀਏ ਨਾ, ਤੇ ਇਹ ਅਰਥ ਕਿਵੇਂ ਚੇਂਜ ਕਰਦੇ ਨੇ। ਦੇਖੋ ਇੱਕ ਸ਼ਬਦ ਹੈ ਜੀ ਸੰਗ, ਇੱਕ ਸ਼ਬਦ ਹੈ ਜੀ ਸੰਗ। ਸੰਗ, ਇਹਦਾ ਮਤਲਬ ਹੁੰਦਾ ਹੈ ਕਿ ਕਿਸੇ ਦਾ ਸਾਥ। ਇੱਕ ਤਾਂ ਸੰਗ ਤੋਂ ਮਤਲਬ ਹੁੰਦਾ ਹੈ ਸਾਥ। ਇੱਕ ਹੁੰਦਾ ਹੈ ਸ਼ਰਮ, ਸ਼ਰਮ ਜਾਂ ਹਯਾ, ਉਹਨੂੰ ਕਹਿ ਦਿੱਤਾ ਜਾਂਦਾ ਹੈ ਸੰਗ। ਹੁਣ ਇੱਕ ਸ਼ਬਦ ਮੈਂ ਇਹਨੂੰ ਘੱਗੇ ਨਾਲ ਲਿਖਾਂ, ਸੰਗ। ਸੰਗ ਤਾਂ ਇੱਕ ਜਿਹੜੀ ਸਾਡੇ ਗਲੇ ਦੇ ਵਿੱਚ ਇੱਕ ਬੋਲਣ ਵਾਲੀ ਸਾਡਾ ਸੰਗ ਹੈ ਜਿਹੜਾ, ਉਹਨੂੰ ਕਿਹਾ ਜਾਂਦਾ ਹੈ, ਇਹ ਹੈ ਜੀ ਸੰਗ। ਸੋ ਅਰਥ ਤਬਦੀਲ ਕਿਵੇਂ ਹੁੰਦੇ ਨੇ ਗੱਗੇ ਅਤੇ ਘੱਗੇ ਨਾਲ, ਉਹਦੇ ਬਾਰੇ ਮੈਂ ਸਮਝਾ ਰਿਹਾ। ਹੋਰ ਦੇਖੋ ਇੱਕ ਸ਼ਬਦ ਮੈਂ ਲਿਖਾ ਅਗਰ ਜੰਗ। ਜੰਗ ਤੋਂ ਭਾਵ ਹੈ ਜੰਗਾਲ ਜਾਂ ਲੜਾਈ, ਪਰ ਮੈਂ ਜੇ ਲਿਖਦਾ ਜੰਗ, ਜੰਗ ਤੋਂ ਭਾਵ ਹੁੰਦੀ ਹੈ ਸਾਡੀ ਜਿਹੜਾ ਮਤਲਬ ਕੀ ਹੈ ਗੋਡੇ ਤੋਂ ਉੱਪਰਲਾ ਹਿੱਸਾ ਜਿਹੜਾ ਸਰੀਰ ਦਾ, ਘੁਟਨੇ ਤੋਂ, ਉਹਨੂੰ ਅਸੀਂ ਕਹਿ ਦਿੰਦੇ ਹਾਂ ਜੰਗ। ਸੋ ਜੰਗ ਅਤੇ ਜੰਗ, ਮੈਂ ਇਹਦੇ ਬਾਰੇ ਸਮਝਾ ਰਿਹਾ ਕਿ ਗੱਗਾ ਅਤੇ ਘੱਗਾ ਜਿਹੜੇ, ਇਹਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ। ਸੋ ਹੋਰ ਇੱਕ ਸ਼ਬਦ ਹੈ ਜਿਵੇਂ ਕਿ ਬਾਗ। ਬਾਗ ਤੋਂ ਮਤਲਬ ਹੁੰਦਾ ਹੈ ਬਗੀਚੇ ਤੋਂ, ਬਾਗ। ਅਗਰ ਮੈਂ ਲਿਖ ਦੇਵਾਂ ਬਾਗ ਤਾਂ ਬਾਗ ਦਾ ਮਤਲਬ ਹੁੰਦਾ ਹੈ ਜੀ ਬਘਿਆੜ। ਸੋ ਇੱਥੇ ਗੱਗੇ ਅਤੇ ਘੱਗੇ ਦਾ ਵੀ ਖਾਸ ਕਰਕੇ
ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਇਸ ਨੂੰ ਵੀ, ਜਾਂ ਹੋਰ ਵੀ ਕੋਈ ਮੰਨ ਲਓ ਕਿਤੇ ਸ਼ਬਦ ਤੁਹਾਨੂੰ ਵਧੀਆ ਆਥੈਂਟਿਕ ਬੁੱਕ ਦੇ ਵਿੱਚ ਹਨ, ਉਹਨਾਂ ਦੇ ਵਿੱਚੋਂ ਹੀ ਪੜ੍ਹਨੇ ਹਨ। ਹੋਰ ਆਪਾਂ ਗੱਲ ਕਰੀਏ ਜੀ, ਸੰਸਕ੍ਰਿਤ ਦੇ ਬਹੁਤ ਸਾਰੇ ਸ਼ਬਦ ਸੀ ਜਿਨ੍ਹਾਂ ਦੇ ਵਿੱਚ ਕੀ ਹੈ ਕਿ ਪੈਰ ਦੇ ਵਿੱਚ ਰਾਰਾ ਬੋਲਿਆ ਜਾਂਦਾ ਸੀ। ਜਿਹੜਾ ਸਾਡੀ ਪੰਜਾਬੀ ਦੇ ਵਿੱਚ ਰਾਰਾ ਅੱਖਰ ਹੈ ਉਹ ਇੱਕ ਦੁੱਤ ਅੱਖਰ ਵੀ ਹੈ। ਸੋ ਦੁੱਤ ਅੱਖਰ ਜਦੋਂ ਬੋਲਿਆ ਜਾਂਦਾ ਸੀ, ਜਿਵੇਂ ਕੀ ਸੀ ਕਿ ਇੰਦਰ, ਉਸ ਤੋਂ ਬਾਅਦ ਜਿਵੇਂ ਸ਼ਬਦ ਸੀ, ਮੰਨ ਲਓ ਇਹ ਮੈਂ ਲਿਖ ਰਿਹਾ ਸਿਰਫ, ਇਹ ਹਜੇ ਸਹੀ ਨਹੀਂ ਗੇ ਪੰਜਾਬੀ 'ਚ, ਇਹਨਾਂ ਦੇ ਸਹੀ ਰੂਪ ਵੀ ਲਿਖੂੰਗਾ ਹਜੇ। ਉਸ ਤੋਂ ਬਾਅਦ ਜਿਵੇਂ ਮੰਨ ਲਓ ਚੰਦਰ ਸੀ, ਉਸ ਤੋਂ ਉਪਰੰਤ ਪੁੱਤਰ, ਇਸ ਤਰ੍ਹਾਂ ਕਰਕੇ ਮੰਤਰ, ਜੰਤਰ ਜਾਂ ਯੰਤਰ, ਯੰਤਰ ਆਹ ਵਾਲਾ ਸੀਗਾ ਜੀ ਇਹ। ਅੱਛਾ, ਹੁਣ ਇਹਨਾਂ ਸ਼ਬਦਾਂ ਦੇ ਵਿੱਚ ਤੁਸੀਂ ਦੇਖੋ ਕਿ ਇਹ ਸ਼ਬਦ ਇਹ ਸੰਸਕ੍ਰਿਤ ਦੇ ਸ਼ਬਦ ਨੇ ਜੀ, ਠੀਕ ਹੈ ਜੀ, ਅਤੇ ਪੰਜਾਬੀ ਦੇ ਵਿੱਚ ਇਹ ਤਦ ਭਵ ਰੂਪ ਦੇ ਵਿੱਚ ਵਰਤੇ ਗਏ ਹਨ, ਤਤਸਮ ਰੂਪ ਦੇ ਵਿੱਚ ਨਹੀਂ ਵਰਤੇ ਗਏ। ਇਹਨਾਂ ਨੂੰ ਤਦ ਭਵ ਰੂਪ ਦੇ ਵਿੱਚ ਵਰਤਿਆ ਗਿਆ ਹੈ। ਸੰਸਕ੍ਰਿਤ ਦੇ ਵਿੱਚ ਬੋਲਣ ਦੇ ਵਿੱਚ ਕਿਵੇਂ ਹੈ ਇਹ, ਸੰਸਕ੍ਰਿਤ 'ਚ ਕਿਵੇਂ ਬੋਲਦੇ ਆਪਾਂ ਇਹਨਾਂ ਨੂੰ, ਇੰਦਰ, ਚੱਕਰ, ਚੰਦਰ, ਪੁੱਤਰ, ਮੰਤਰ, ਯੰਤਰ, ਆਪਾਂ ਇਸ ਤਰ੍ਹਾਂ ਬੋਲਦੇ ਹਾਂ ਇਹਨਾਂ ਨੂੰ। ਪਰ ਦੇਖੋ ਪੰਜਾਬੀ ਦੇ ਵਿੱਚ ਕਿਵੇਂ ਹੈ ਜੀ, ਸਾਡੀ ਠੇਠ ਬੋਲੀ ਹੈ ਜੀ ਪੰਜਾਬੀ, ਸਿੱਧੀ ਸਾਦੀ, ਇਹਨੂੰ ਜੱਟਕੀ ਵੀ ਕਿਹਾ ਜਾਂਦਾ ਸੀ ਕਿਸੇ ਟਾਈਮ, ਵੀ ਸਿੱਧੀ ਸਾਦੀ ਬੋਲੀ 'ਚ ਜੱਟਾਂ ਵਾਲੀ ਭਾਸ਼ਾ 'ਚ ਜਿਹਨੂੰ ਕਹਿੰਦੇ ਆ। ਦੇਖੋ ਇਹਨਾਂ ਦਾ ਕਿਵੇਂ ਰੂਪ ਬਦਲਿਆ ਜੀ, ਇੰਦਰ ਨੂੰ ਇੰਦਰ ਕਰਤਾ ਜੀ, ਇੰਦਰ ਬੋਲਣ ਦੇ ਵਿੱਚ ਪੂਰਾ ਇੰਦਰ, ਇਹਨੂੰ ਵੀ ਨਹੀਂ ਰਹਿਣ ਦਿੱਤਾ ਜੀ, ਇਹਨੂੰ ਕਰਤਾ ਚੱਕਰ। ਚੰਦਰ ਨਹੀਂ ਰਹਿ ਗਿਆ ਜੀ, ਹੁਣ ਚੰਦਰ ਹੋ ਗਿਆ ਚੰਦਰ। ਉਵੇਂ ਹੀ ਪੁੱਤਰ ਹੋ ਗਿਆ ਜੀ, ਪੁੱਤਰ, ਧਿਆਨ ਦੇ ਵਿੱਚ ਰੱਖਿਓ, ਪੁੱਤਰ ਨਹੀਂ ਰਹਿ ਗਿਆ, ਪੁੱਤਰ ਹੋ ਗਿਆ। ਮੇਰੀ ਜਿਹੜੀ ਮੈਂ ਜੋ ਬੋਲ ਰਿਹਾ ਇਹਨੂੰ ਧਿਆਨ ਦੇ ਨਾਲ ਸਮਝ ਲਿਓ, ਸੁਣ ਲਿਓ। ਮੰਤਰ ਨਹੀਂ ਰਹਿ ਗਿਆ ਜੀ, ਇਹ ਸਾਡਾ ਮੰਤਰ ਹੋ ਗਿਆ। ਹੁਣ ਯੰਤਰ ਨਹੀਂ ਰਹਿ ਗਿਆ, ਇਹ ਜੰਤਰ ਹੋ ਗਿਆ, ਕਿਉਂਕਿ ਯਈਏ ਦੀ ਥਾਂ ਜੱਜੇ ਨੇ ਲੈ ਲਈ, ਅਤੇ ਜਿਹੜਾ ਪੈਰ ਦੇ ਵਿੱਚ ਰਾਰਾ ਸੀ ਉਸ ਨੂੰ ਪੂਰਾ ਬੋਲਿਆ ਗਿਆ। ਸੋ ਕੀ ਹੋਇਆ, ਪੰਜਾਬੀ ਦੇ ਵਿੱਚ ਬੋਲਣ ਦੇ ਵਿੱਚ ਕੀ ਹੈ, ਇਹਨਾਂ ਨੂੰ ਕਿਹਾ ਜਾਂਦਾ ਤਦ ਭਵ ਸ਼ਬਦ। ਜਦੋਂ ਕਿਸੇ ਭਾਸ਼ਾ ਦੇ ਸ਼ਬਦਾਂ ਨੂੰ, ਕੋਈ ਵੀ ਭਾਸ਼ਾ ਹੋਵੇ ਭਾਵੇਂ, ਕਿਸੇ ਵੀ ਭਾਸ਼ਾ ਦੇ ਸ਼ਬਦਾਂ ਨੂੰ ਅਸੀਂ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਕਰੀਏ ਉਚਾਰਨ ਦੇ ਵਿੱਚ, ਅਤੇ ਉਹਨਾਂ ਨੂੰ ਉਚਾਰਨ ਦੇ ਵਿੱਚ ਤਬਦੀਲੀ ਕਰਕੇ ਕਿਸੇ ਦੂਸਰੀ ਭਾਸ਼ਾ ਦੇ ਵਿੱਚ ਵਰਤੀਏ, ਤਾਂ ਉਸ ਨੂੰ, ਉਹਨਾਂ ਸ਼ਬਦਾਂ ਨੂੰ ਉਸ ਭਾਸ਼ਾ ਦੇ ਤਦ ਭਵ ਸ਼ਬਦ ਕਿਹਾ ਜਾਂਦਾ ਹੈ। ਇੱਥੇ ਕੀ ਹੈ, ਇਹ ਪੰਜਾਬੀ ਦੇ ਤਦ ਭਵ ਸ਼ਬਦ ਹਨ ਜੋ ਸੰਸਕ੍ਰਿਤ ਭਾਸ਼ਾ ਤੋਂ ਲਏ ਗਏ ਹਨ। ਬੋਲਣ ਦੇ ਵਿੱਚ ਕੀ ਹੈ ਇਹ, ਇੰਦਰ। ਹੁਣ ਮੈਂ ਪੰਜਾਬੀ ਦਾ ਜਿਹੜਾ ਪੰਜਾਬੀ ਵਾਲੇ ਵਰਜਨ ਆ ਉਹ ਬੋਲ ਰਿਹਾ। ਹੁਣ ਆਹ ਤਾਂ ਮੈਂ ਤੁਹਾਨੂੰ ਬੋਲ ਕੇ ਦੱਸਦੇ ਵੀ ਇਹਨਾਂ ਨੂੰ ਕਿਵੇਂ ਬੋਲਦੇ ਆ। ਹੁਣ ਪੰਜਾਬੀ ਵਰਜਨ ਇਹਨਾਂ ਦਾ ਸੁਣ ਲਓ। ਇੰਦਰ, ਚੱਕਰ, ਚੰਦਰ, ਪੁੱਤਰ, ਮੰਤਰ, ਜੰਤਰ, ਇਸ ਤਰ੍ਹਾਂ ਬੋਲੇ ਜਾਂਦੇ ਆ ਜੀ। ਇਹ ਹੈ ਨਹੀਂ ਜੀ, ਤਾਂ ਇਹ ਜਿਹੜੇ ਨੇ ਇਹ ਸਾਡੇ ਸ਼ਬਦ ਜੋੜਾਂ ਦੇ ਨਿਯਮ ਨੇ ਜੀ। ਇਹਨਾਂ ਦੇ ਵਿੱਚ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਗੱਲ। ਤੁਸੀਂ ਦੇਖ ਲਿਓ, ਇਹਨਾਂ ਦੇ ਵਿੱਚੋਂ ਹੀ ਤੁਸੀਂ ਪ੍ਰਸ਼ਨ ਇੱਕ ਨਾ ਇੱਕ ਦਾ ਜ਼ਰੂਰ ਤੁਹਾਡੇ ਸਾਹਮਣੇ ਆਵੇਗਾ ਐਗਜ਼ਾਮ ਦੇ ਵਿੱਚ। ਮੁੱਕਦੀ ਗੱਲ ਕੀ ਹੈ ਜੀ, ਜੇ ਆਪਾਂ ਸ਼ੁੱਧ ਲਿਖਣਾ ਹੈ ਤਾਂ ਸਾਨੂੰ ਸਾਡਾ ਜਿਹੜਾ ਉਚਾਰਨ ਹੈ ਉਹ ਸਭ ਤੋਂ ਪਹਿਲਾਂ ਸ਼ੁੱਧ ਹੋਣਾ ਚਾਹੀਦਾ ਹੈ। ਬਸ ਮੁੱਕਦੀ ਗੱਲ ਇਹ ਆ, ਉਸ ਰੂਲ ਨੂੰ ਕਿਹਾ ਜਾਂਦਾ ਹੈ ਜਿਵੇਂ ਬੋਲੋ ਤਿਵੇਂ ਲਿਖੋ। ਸੋ ਇਹ ਆਪਣੇ ਸ਼ਬਦ ਜੋੜਾਂ ਦੇ ਨਿਯਮ, ਕੁਝ ਆਪਾਂ ਇਹਨਾਂ ਬਾਰੇ ਵਿਚਾਰ ਚਰਚਾ ਕੀਤੀ ਹੈ। ਅਗਲੀ ਜਮਾਤ ਦੇ ਵਿੱਚ ਆਪਾਂ ਇਹ ਜਿਹੜਾ ਸਾਡਾ ਵਿਆਕਰਣ ਦਾ ਪਹਿਲਾ ਅੰਗ ਵਰਣਬੋਧ ਉਹ ਕੰਪਲੀਟ ਹੋ ਗਿਆ ਹੈ। ਵਿਆਕਰਣ ਦੇ ਸਾਡੇ ਵਰਣਬੋਧ ਦੇ ਵਿੱਚ ਆਪਾਂ ਜੋ ਪੜ੍ਹਿਆ ਹੈ ਉਹਦੇ ਵਿੱਚ ਆਪਾਂ ਸ਼ਬਦ ਜੋੜ ਜਿਹੜਾ ਸਾਡਾ ਆਖਰੀ ਪੜ੍ਹਿਆ ਹੈ। ਉਸ ਤੋਂ ਬਾਅਦ ਕੀ ਹੈ ਜੀ, ਆਪਾਂ ਜਿਹੜੇ ਵਿਆਕਰਣ ਦਾ ਦੂਸਰਾ ਅੰਗ ਹੈ ਸ਼ਬਦ ਬੋਧ, ਉਹਦੇ ਵਿੱਚ ਕੀ ਹੈ ਕਿ ਅਸੀਂ ਸ਼ਬਦਾਂ ਦੀ ਵੰਡ, ਸ਼ਬਦਾਂ ਦੀ ਰਚਨਾ ਅਤੇ ਸ਼ਬਦਾਂ ਦਾ ਰੂਪਾਂਤਰ, ਇਹਨਾਂ ਬਾਰੇ ਆਪਾਂ ਵਿਚਾਰ ਚਰਚਾ ਅਗਲੀ ਜਮਾਤ ਦੇ ਵਿੱਚ ਕਰਾਂਗੇ। ਸਾਰੇ ਜੋ ਵੀ ਸਟੂਡੈਂਟ ਜੁੜੇ ਹੋਏ ਨੇ ਉਹਨਾਂ ਨੂੰ ਮੈਂ ਵਾਰ-ਵਾਰ ਕਹਿ ਰਿਹਾ ਕਿ ਇਹ ਤੁਹਾਡਾ ਜੋ ਮੈਂ ਬਿਲਕੁਲ ਜ਼ਰੂਰੀ ਗੱਲਾਂ ਹੀ ਕਰਾ ਰਿਹਾ ਹਾਂ, ਮੈਂ ਵਾਧੂ ਦੀ ਕੋਈ ਗੱਲ ਨਹੀਂ ਕਰਵਾ ਰਿਹਾ। ਇਸ ਕਰਕੇ ਤੁਸੀਂ ਟਾਈਮ ਟੂ ਟਾਈਮ ਇਹ ਜਿਹੜੀ ਵੀਡੀਓ ਹੈ ਇਹਨਾਂ ਨੂੰ ਵੇਖਦੇ ਰਹੋ, ਕਿਉਂਕਿ ਮੈਂ ਜਿਵੇਂ ਜਦੋਂ ਉਤਕਰਸ਼ ਦੇ ਵਿੱਚ ਪੜ੍ਹਾਇਆ ਤਾਂ ਉਦੋਂ ਕੀ ਹੋਇਆ ਕਿ ਉਹ ਸਟੂਡੀਓ ਵਾਲਿਆਂ ਨੇ ਕੁਝ ਕੁ ਮਤਲਬ ਉਹਨਾਂ ਤੋਂ ਮਿਸਿੰਗ ਹੋ ਗਈ ਵੀਡੀਓ ਕਿਤੇ ਨਾ ਕਿਤੇ। ਮੈਂ ਕੋਰਸ ਉੱਥੇ ਪੂਰਾ ਕਰਵਾ ਚੁੱਕਿਆ ਹਾਂ,
ਪਰ ਇਹ ਕੀ ਆ, ਹੁਣ ਮੇਰਾ ਫਰਜ਼ ਹੈ ਕਿ ਕਈ ਜਿਵੇਂ ਵਿਦਿਆਰਥੀਆਂ ਦੀ ਵੀਡੀਓ ਨਹੀਂ ਚੱਲਦੀ ਵਿਚਾਰਿਆਂ ਦੀ, ਸੋ ਇਹ ਮੇਰਾ ਫਰਜ਼ ਹੈ ਵੀ ਮੈਂ ਉਹ ਜਿਹੜਾ ਮਤਲਬ ਜਿਨ੍ਹਾਂ ਦੀ ਵੀਡੀਓ ਨਹੀਂ ਚੱਲਦੀ ਜਾਂ ਜਿਹੜੇ ਫਰੈਸ਼ਰ ਨੇ, ਜਿਨ੍ਹਾਂ ਨੂੰ ਕੋਈ ਹੈ ਨਹੀਂ ਪੜ੍ਹਾਉਣ ਵਾਲਾ ਜਾਂ ਦੱਸਣ ਵਾਲਾ, ਮੈਂ ਆਪਣੀ ਗੱਲ ਉਹਨਾਂ ਤੱਕ ਕਰ ਸਕਾਂ। ਸੋ ਮੇਰਾ ਕਰਨ ਦਾ ਤਰੀਕਾ ਇਹੀ ਹੈ। ਇਸ ਕਰਕੇ ਤੁਹਾਡਾ ਮੇਰੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਅਗਲੀ ਜਮਾਤ ਦੇ ਵਿੱਚ ਮਿਲਾਂਗੇ ਜੀ। ਰੱਬ ਰਾਖਾ, ਮਿਹਰਬਾਨੀ।